चलिए शुरू करते हैं। सुनने वाले देखने वाले होर सुनाओ की हाल चाल जी, सब खैरियत। लो जी थोड़े एक गल सुनाते हैं भी पहले जे जमाने ਜਿਹੜੇ ਬਾਦਸ਼ਾਹ ਸੀ ਨਾ ਉਹਨਾਂ ਕੋਲ ਟਾਈਮ ਬਹੁਤ ਸੀ ਤੇ ਵਿਹਲੇ ਸੀ ਤੇ ਐਵੇਂ ਬੁਝਾਰਤਾਂ ਪਾਈ ਰੱਖਦੇ ਐਵੇਂ ਹੋਰ ਕੋਈ ਕੰਮਕਾਰ ਤਾਂ ਥਾ ਹੀ ਨਹੀਂ। ਉਹ ਜਨਾਬ ਇੱਕ ਬਾਦਸ਼ਾਹ ਨੇ ਨਾ ਐਲਾਨ ਕਰਾਤਾ ਵੀ ਜਿਹੜਾ ਬੰਦਾ ਮੈਨੂੰ ਨਾ 8 ਦਿਨ ਦੀ ਕਹਾਣੀ ਸੁਣਾਵੇ ਵੀ ਐਡੀ ਲੰਮੀ ਕਹਾਣੀ ਹੋਵੇ ਵੀ ਜਿਹਦੇ ਚ ਪੂਰਾ ਹਫਤਾ ਲੰਘੇ ਉਹਨੂੰ ਜਨਾਬ ਅੱਧ ਰਾਜ ਤੇ ਇੱਕ ਰਿਸ਼ਤਾ ਵੀ ਦੇਵਾ। ਇਹ ਸ਼ਰਤ ਰੱਖ ਤੇ ਜਿਹੜੇ ਕੋਲ ਨਾ ਜਨਾਬ ਨੇ ਲਿਖੀ ਜੀ ਤੇ ਉਹਦਾ ਸਿਰ ਕਲਮ ਕਰ ਦੇਣਾ। ਜਿਹਦੇ ਕੋਲ ਨਾ ਜ਼ਿਆਦਾ ਦਿਨ ਟੱਪ ਪਈ ਉਹ ਜਨਾਬ ਕਈ ਆਏ ਜਨਾਬ ਸਜਾਦ ਮੀਆਂ ਸਿਆਣੇ ਸਿਆਣੇ ਕਹਾਣੀ ਸੁਣਾਇਆ ਕਰਨ, ਕੋਈ ਦਿਹਾੜੀ ਟੱਪਿਆ ਕਰੇ, ਕੋਈ ਘੰਟਾ ਲੰਘਿਆ ਕਰੇ, ਕਿਸੇ ਕੋਈ 2 ਘੰਟੇ ਵੀ ਇਵੇਂ ਕਹਿੰਦੇ ਕਿ ਇੱਕ ਜਨਾਬ ਨਾ ਅਯਾਲੀ ਨੂੰ ਪਤਾ ਲੱਗਿਆ ਵੀ ਬਾਦਸ਼ਾਹ ਨੇ ਨਾ ਇਹ ਐਲਾਨ ਕਰਿਆ ਵੀ ਮੈਂ ਵੀ ਜਾ ਉੱਥੇ ਐਂਟਰੀ ਪਾਣੀ ਆ, ਸ਼ਾਇਦ ਅੱਲਾ ਕਰੇ ਕੋਈ ਬੁੱਤ ਲੱਗ ਹੀ ਜਾਵੇ। ਉਹ ਜਨਾਬ ਚਲਿਆ ਗਿਆ। ਉਹਨੇ ਕਿਹਾ ਜੀ ਸੁਣਿਆ ਤੁਸੀਂ ਕਹਾਣੀ ਸੁਣਨੀ? ਉਹਨੇ ਕਿਹਾ ਹਾਂ ਕਹਾਣੀ ਵੀ ਜਿਤਨੀ ਲੰਬੀ ਹੋਊਗੀ ਨਾ ਉਹ ਟਾਈਮ ਗਿਣਿਆ ਜਾਏਗਾ ਵੀ ਉਸ ਹਿਸਾਬ ਨਾਲ ਉਹਨੇ ਸਾਰੀ ਸੁਣੀ ਹੋਏਗੀ ਸ਼ਰਤਾਂ। ਉਹਨੇ ਕਿਹਾ ਜੀ ਮੈਂ ਸੁਣਾਉਂਦਾ। ਉਹਨੇ ਕਿਹਾ ਸੁਣਾ। ਉਹਨੇ ਕਿਹਾ ਜਨਾਬ ਇੱਕ ਨਾ ਇਲਾਕਾ ਸੀ ਵੀ ਉੱਥੇ ਦਾ ਇੱਕ ਸੁਦਾਗਰ ਸੀ। ਉਹ ਸੁਦਾਗਰ ਨੇ ਉੱਥੇ ਗੋਦਾਮ ਬਣਾਇਆ, ਬਹੁਤ ਵੱਡਾ ਗੋਦਾਮ ਬਣਾਇਆ। ਉਹਦੇ ਵਿੱਚ ਜਨਾਬ ਮੇਰੇ ਨਾਲ ਉਸਨੇ ਕਣਕ ਜਮ੍ਹਾਂ ਕਰਨੀ ਸ਼ੁਰੂ ਕਰ ਦਿੱਤੀ। ਉਹ ਜਦੋਂ ਕਣਕ ਜਨਾਬ ਜਮ੍ਹਾਂ ਕਰਨੀ ਸ਼ੁਰੂ ਕਰਤੀ ਨਾ ਉਹਨੇ ਉਹ ਪੂਰੇ ਤਰੀਕੇ ਨਾਲ ਜਨਾਬ ਉਹ ਚਾਰ ਚਫੇਰੇ ਬੰਦ ਕਰਿਆ ਗੋਦਾਮ। ਉਹ ਕੋਈ ਨਾ ਕੁਦਰਤੀ ਨਾ ਇੱਕ ਸੁਰਾਖ ਰਹਿ ਗਿਆ ਵੀ ਉਹਨੂੰ ਸਮਝ ਨਾ ਲੱਗੀ ਉਹਨਾਂ ਨੂੰ ਕਰਨ ਵਾਲਿਆਂ ਨੂੰ ਬੰਦ ਵੀ ਸੁਰਾਖ ਰਹਿ ਗਿਆ ਕੁਦਰਤੀ। ਉਹ ਜਨਾਬ ਇੱਕ ਚਿੜੀ ਆਇਆ ਕਰੇ ਤੇ ਉਹ ਜਨਾਬ ਦਾਣਾ ਚੱਕ ਕੇ ਲੈ ਜਾ ਕਰੇ, ਫੇਰ ਆਇਆ ਕਰੇ ਫੇਰ ਲੈ ਜਾ ਕਰੇ। ਉਹ ਤਾਂ ਜਨਾਬ ਇਹੀ ਗੱਲ ਠੀਕ ਹੈ ਤੇ 2-3 ਢੱਪ ਕੇ ਬਾਦਸ਼ਾਹ ਕਰੇ ਅੱਗੇ। ਉਹਨੇ ਕਿਹਾ ਜਨਾਬ ਗੱਲ ਹਾਂ ਫੁਰ ਕੇ ਚਲੀ ਜਾਇਆ ਕਰੇ। ਉਹਨੇ ਕਿਹਾ ਅੱਗੇ ਵੀ ਗੱਲ ਟੋਰ। ਉਹਨੇ ਕਿਹਾ ਜਨਾਬ ਅਜੇ ਬਹੁਤ ਗੰਦਮ ਪਈ ਹੈ ਕਿਤਾਬ ਅਜੇ, ਚਿੜੀਆਂ ਵੀ ਬਹੁਤ ਆ, ਇਹ ਮੁੱਕਦਿਆਂ ਕੋਈ ਦਿਨ ਲੱਗੇ। ਉਹਨੇ ਕਿਹਾ ਤੂੰ ਜਿੱਤਿਆ ਤੇ ਮੈਂ ਹਾਰਿਆ। ਬੜੀ ਸੱਚੀ ਗੱਲ ਭਾਈ ਉਹ ਆਯਾਲੀ ਨੇ ਠੱਲਿਆ ਫਿਰ ਪੂਰਾ। ਹਾਂਜੀ ਕਹਿੰਦੇ ਸੀਗੇ ਵੀ ਕੋਈ ਨਾ ਦਰਖਤ ਸੀ ਵਿੱਚ ਨਾ ਕੋਈ ਦਰਖਤ ਸੀ, ਉਹ ਜਾਨਵਰ ਸਰਕਾਰ ਮੇਰੀ ਦਰਖਤ ਤੋਂ ਬੈਠਦੇ ਸੀ। ਉਹ ਆਪਣੇ ਨਾਲ ਉੱਥੋਂ ਹੁਣ ਕੋਠੇ ਹੀ ਜਾਂ ਬੇਸਾਬਾ ਜਾਨਵਰ ਵੜਿਆ ਸੀ। ਸਹੀ ਗੱਲ। ਉਹ ਫੜ ਕੇ ਡਾਇਆ ਕਰੇ ਫੁਰ ਲੈ ਫੁਰ। ਉਹ ਇਹੀ ਹਿਸਾਬ ਰਿਹਾ। ਉਹਨੇ ਕਿਹਾ ਗੱਲ ਹੈ ਜੀ, ਉਹਨੇ ਕਿਹਾ ਇੱਕ ਟਾਣ ਨਹੀਂ ਮੁੱਕਿਆ, ਇਹਦੇ ਤਾਂ ਬਹੁਤ ਜ਼ਿਆਦਾ ਟਾਣੇ ਆ ਤੇ ਉਸ ਟਾਣੇ ਦੀ ਅੱਗੋਂ ਸ਼ਾਖਾ ਆ। ਉਹਨੇ ਕਿਹਾ ਸਰਕਾਰ ਮੇਰੀ ਇਹ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਆਪਣਾ ਨਹੀਂ ਵੀ ਇਹ ਬੜੀ ਲੰਮਾ ਸਿਸਟਮ ਵਾਲੀ ਗੱਲ ਆ ਵੀ ਇਹ ਹੁਣ ਮੁੱਕੇਗਾ ਦਰਖਤ ਤੇ ਫੇਰ ਹੀ ਕਿ ਟੁਰਾਂਗੇ। ਉਹਨੇ ਕਿਹਾ ਗੱਲ ਇਹ ਵੀ ਤੂੰ ਜਿੱਤਿਆ ਮੈਂ ਹਾਰਿਆ ਤੇ ਮੌਜਾਂ ਕਰ ਬਾਜੇ ਜੀ। ਇਹ ਗੱਲ ਕਰਦੀ ਵੀ ਤੁਸੀਂ ਭਾਈ ਜੀ ਉਹਨੂੰ ਲਿਆਓ ਮੈਂ ਨਹੀਂ ਜਾਣਾ, ਮੇਰੇ ਕੋਲ ਟਾਈਮ ਅਖੀਰ ਉਹਨਾਂ ਜੇ ਕਹਿਣ ਲੱਗੇ ਯਾਰ ਗੱਲ ਇਹ ਆ ਵੀ ਤਲਬ ਤਾਂ ਆਪਾਂ ਨੂੰ ਆ, ਢੱਗਾ ਆਪਣਾ ਬਿਮਾਰ ਆ ਤੇ ਸਾਨੂੰ ਕਿਹੜੀ ਲੋੜ ਹੈ ਇਹਨੂੰ ਚੱਕ ਕੇ ਲਿਜਾਣ ਦੀ। ਚਲੋ ਅਸੀਂ ਢੱਗੇ ਨੂੰ ਲਿਆਨੇ ਔਖੇ ਸੁੱਖ ਠੱਗੇ ਕਰ ਜੋ ਗਏ ਜਾ ਕੇ ਗੱਲਬਾਤ ਆਪਣੇ ਵਟਕਿਆਂ ਨੂੰ ਕਰ ਕਰਾ ਕੇ ਵੀ ਇੰਜਨ ਕਰਕੇ ਹਕੀਮ ਧੱਲ ਤੇ ਔਰ ਲਈ ਬਿਹਤਰ ਜਾਣਦਾ ਹਕੀਮ ਸਿਆਣਾ ਐਡਾ ਜਾਂ ਕੀ ਬਾਕੀ ਇਹ ਵੀ ਔਰ ਤੋਂ ਮਲੂਮ ਹੁੰਦਾ ਵੀ ਇੱਥੇ ਲਿਆ ਜੀ ਜੇਕਰ ਬਲਾ ਮਾਣਾ ਆ ਜਾਏਗਾ ਤੇ ਮੈਂ ਕੋਈ ਨਹੀਂ ਜਾਣਾ। ਉਹ ਕਹਿਣ ਲੱਗੇ ਵੀ ਚਲੋ ਅੱਗੇ ਬਹੁਤ ਬੰਦਿਆਂ ਨੂੰ ਮੰਗਾਇਆ ਬੁਲਾਇਆ, ਕਿਸੇ ਨੇ ਕੋਈ ਬੂਟੀ ਕੋਈ ਦਾਰੂ ਦਿੱਤਾ ਤੇ ਕੋਈ ਫਰਕ ਨਹੀਂ ਪਿਆ ਤੇ ਉਸਨੂੰ ਵੀ ਦਿਖਾ ਲਓ ਯਾਰ ਅੱਗੇ ਮਰਨ ਵਾਲਾ ਤਾਂ ਵਿਚਾਰਾ ਹੈ। ਉਹ ਜੀ ਢੱਗੇ ਨੂੰ ਨਾ ਕਿਸੇ ਤਰੀਕੇ ਨਾਲ ਨਾ ਹੌਲੀ ਹੌਲੀ ਕੀੜੀ ਦੀ ਚਾਲ ਜਿੱਥੇ ਰੁਕਿਆ ਕਰੇ ਰੋਕ ਲਿਆ ਕਰ, ਜਿੱਥੇ ਬਹਿ ਜਾ ਕਰੇ ਉਸਨੂੰ ਛੇੜਨ ਨਾ, ਆਪਣੀ ਮਰਜ਼ੀ ਨਾਲ ਢੱਗਾ ਜੀ ਹੌਲੀ ਹੌਲੀ ਕਰਦੇ ਨਾ। ਸੁਬਾਹ ਦੇ ਚੱਲੇ ਪਿਛਲਾ ਟਾਈਮ ਹੋਵੇ ਜੀ ਉੱਥੇ ਪਹੁੰਚ ਕੇ ਜਿਨ੍ਹਾਂ ਨੇ ਨਾ ਢੱਗਾ ਜੋ ਬੰਨਿਆ ਉੱਥੇ। ਹੁਣ ਜਿਸ ਵੇਲੇ ਢੱਗੇ ਨੂੰ ਲੈ ਕੇ ਆ ਰਹੇ ਆ ਨਾ ਉਹ ਜਿਹੜਾ ਮਤਲਬ ਡਾਕਟਰ ਵੈਦ ਹਕੀਮ ਜਾਂ ਮਿਸਾਲ ਵੀ ਉਸਦੇ ਮਰਜ਼ਾਂ ਦਾ ਇਲਾਜ ਕਰਨ ਵਾਲਾ ਉਹ ਆਪਣੇ ਕੱਪੜਾ ਲੈ ਕੇ ਨਾ ਪਿਆ ਸੀ ਮੰਜੀ ਤੇ ਲੰਮਾ। ਉਹਨੇ ਕੱਪੜਾ ਜੀ ਥੋੜਾ ਜਿਹਾ ਹਟਾ ਕੇ ਨਾ ਹਰ ਚੀਜ਼ ਨੂੰ ਦੇਖਦਾ ਸੀ, ਬੰਦਾ ਗੁਜ਼ਰ ਰਿਹਾ, ਕੋਈ ਜਾਨਵਰ ਗੁਜ਼ਰ ਰਿਹਾ, ਕੋਈ ਸ਼ਹਿਰ। ਉਹਨੇ ਥੋੜਾ ਜਿਹਾ ਮਸਲ ਕਰਕੇ ਅੱਖਾਂ ਨੂੰ ਦੇਖਿਆ ਢੱਗੇ ਨੂੰ ਜੀ ਪੂਰੀ ਨਿਗਾਹ ਪਈ ਵੀ ਉਸਦੀ
ਉਸ ਤੋਂ ਬਾਅਦ ਉਹਨੇ ਤਸੱਲੀ ਨਾਲ ਚੈੱਕ ਕਰਨ ਤੋਂ ਬਾਅਦ ਉਹ ਜਿਹੜੀ ਟੱਗਾ ਹੌਲੀ ਹੌਲੀ ਜੋ ਜਾ ਰਿਹਾ ਉਹ ਆਪਣੀ ਤਸੱਲੀ ਨਾਲ ਦੇਖਦਾ ਰਿਹਾ। ਅੱਗੇ ਮਕਸਦ ਇਹ ਵੀ ਆਪਣਾ ਕੋਈ ਕਿੱਲਾ ਸੀ ਜਾਂ ਦਰਖਤ ਸੀ ਉੱਥੇ ਬੰਨਿਆ, ਬੰਨ ਕੇ ਜੀ ਹੁਣ ਦੁਬਾਰਾ ਉਹ ਆਏ, ਜਿਸ ਟਾਈਮ ਮੁੜਨ ਲੱਗੇ ਨਾ ਉਹਨੇ ਮੂੰਹ ਤੇ ਕੱਪੜਾ ਲਿਆ ਪਿਆ। ਉਹ ਆਏ, ਸਲਾਮ ਦੁਆ ਕਰਿਆ, ਕਰਨ ਤੋਂ ਬਾਅਦ ਕਿਹਾ ਵੀ ਬਾਈ ਜੀ ਆ ਉੱਠੋ, ਢੱਗਾ ਲੈ ਜਾਂਦਾ ਤੁਸੀਂ ਦੇਖੋ। ਉਹ ਕਹਿਣ ਲੱਗਿਆ ਅੱਛਾ ਦੇਖਣ ਲੈਂਦੇ। ਉਹਨਾਂ ਨੇ ਫੇਰ ਕਿਹਾ, 2 ਮਿੰਟ ਹੋ ਗਏ ਨਾ ਜਰਾ ਥੱਕ ਥੁੱਕ ਗਏ ਸੀ, ਸਾਹ ਸੂ ਲੈ ਲਿਆ। ਉਹਨੇ ਕਿਹਾ ਜੀ ਇਹਦਾ ਨਾ ਸੱਜੇ ਪਾਸੇ ਦਾ ਸਿੰਘ ਇੱਕ ਮੁੱਠ ਹੱਥ ਰੱਖ ਕੇ ਉੱਤੋਂ ਵੜ ਦੋ। ਇੱਕ ਸਿੰਘ ਮੁੱਠ ਰੱਖ ਕੇ ਉੱਤੋਂ ਵੜ ਦੋ। ਉਹਨਾਂ ਨੂੰ ਬੜੀ ਕਾਬੜ ਚੜੀ ਕਿ ਅਸੀਂ ਇੰਨੇ ਵਕਤਾਂ ਨਾਲ ਆਇਆ, ਐਡਾ ਸੋਹਣਾ ਸਾਡਾ ਢੱਗਾ ਬਿਮਾਰ ਹੋ ਹੀ ਗਿਆ, ਤੇ ਜੇ ਆ ਕੇ ਇਹਨੂੰ ਗੱਲ ਕਰੀ ਤਾਂ ਕੋਈ ਗੱਲ ਕਰਨ ਲੱਗਾ ਵੀ ਸਿੰਘ ਵੜ ਦੋ। ਸਾਡੇ ਤਾਂ ਢੱਗੇ ਦਾ ਮੁੱਲ ਹੀ ਖਤਮ ਹੋ ਜਾਣਾ। ਸਿੰਘ ਬੜੇ ਪਿਆਰੇ ਸੀ ਉਹ ਢੱਗੇ ਦੇ। ਅਖੀਰ ਉੱਥੋਂ ਫਿਰ ਇੱਕ ਆਇਆ ਸੀਗਾ, ਜਿਵੇਂ ਮਸਾ ਲੱਗੇ ਉਹਨਾਂ ਨੂੰ ਦੱਸਿਆ ਵੀ ਗੱਲ ਵੀ ਤਕਲੀਫ ਤਾਂ ਆਪਾਂ ਨੂੰ। ਇਸੇ ਤਰ੍ਹਾਂ ਕਹਿਣ ਲੱਗੇ ਗੱਲ ਇਹ ਹੈ ਜੇ ਢੱਗੇ ਦੀ ਯਾਰ ਜਾਨ ਬਖਸ਼ੀ ਹੋ ਜੇ ਤੇ ਸਿੰਘ ਸਾਡਾ ਫੇਰ ਹੋ ਜਾਏਗਾ। ਖੈਰ ਜੀ ਉੱਥੋਂ ਨਾ ਵਾਰੀ ਉਰੀ ਦਾ ਟਾਈਮ ਸੀਗਾ ਉਸ ਟਾਈਮ, ਜਾਂ ਮੋਟਰਸਾਈਕਲ ਵੀ ਕੋਈ ਨਹੀਂ ਸੀਗੇ, ਤਾਰਾਂ ਤੂਰਾਂ ਨਾਲ ਹੁਣ ਤਾਂ ਵੜ ਦਿੰਦੇ ਆ। ਹੁਣ ਤਾਂ ਬੜੇ ਆਲੇ ਤੇ ਮਸ਼ੀਨਾਂ ਸਿਸਟਮ ਵਾਲੀ ਗੱਲ ਬਣ ਗਈ। ਉਹਨਾਂ ਨੇ ਜੀ ਖੈਰ ਉਹ ਢੱਗਾ ਵਿਚਾਰਾ ਅੱਗੇ ਮਰਿਆ ਸੀ, ਉਹ ਹਿਲਦਾ ਹੀ ਕੋਈ ਨਹੀਂ ਸੀ, ਜਿਵੇਂ ਖੜਿਆ ਸੀਗਾ। ਕੋਈ ਤਕਲੀਫ ਤਾਂ ਹੋਈ, ਮਾੜਾ ਚੰਗਾ ਹਿੱਲਿਆ ਜੁਲਿਆ ਪਰ ਕੋਈ। ਫਿਰ ਜੀ ਉਹਨਾਂ ਨੇ ਇੱਕ ਮੋਟਰ ਰੱਖ ਕੇ ਉੱਤੋਂ ਸਿੰਘ ਵੱਢ, ਸਿੰਘ ਵੱਢਿਆ ਗਿਆ ਜੀ। ਵੱਢਣ ਤੋਂ ਬਾਅਦ ਉਹਨਾਂ ਨੇ ਕਿਹਾ ਬਾਈ ਸਿੰਘ ਵੱਢਿਆ ਗਿਆ, ਘੰਟਾ ਲੱਗ ਗਿਆ ਉਹਨਾਂ ਨੂੰ ਲਿਆਣ ਤੇ ਕਰਨ ਕਰਾਣ ਵੱਢਣ ਟੁੱਕਣ। ਉਹ ਕਹਿਣ ਲੱਗੇ ਬਾਈ ਹੁਣ ਤਾਂ ਉੱਠ ਜਾ, ਤੂੰ ਸਿੰਘ ਵੱਢਿਆ ਗਿਆ। ਉਹਨੇ ਕਿਹਾ ਅੱਛਾ। ਉਹਨੇ ਜੀ ਕੱਪੜਾ ਸਾਈਡ ਤੇ ਕਰਿਆ, ਉੱਠਿਆ, ਜੁੱਤੀ ਪਾਈ, ਜੁੱਤੀ ਪਾ ਕੇ ਬੱਚੇ ਕੋਲ ਗਿਆ, ਉਹਨੇ ਪਿਆਰ ਪੁਰ ਦਿੱਤਾ। ਅੱਜ ਤੋਂ ਜਿੱਥੋਂ ਸਿੰਘ ਮੁੱਠ ਰੱਖ ਕੇ ਵੱਢਿਆ ਸੀ ਨਾ, ਉਹਦੇ ਵਿੱਚ ਕੱਚੀ ਗੁਲੀ ਜੀ ਹੁੰਦੀ ਹੈ ਸਿੰਘਾਂ 'ਚ। ਉਹਨੇ ਸਰਕਾਰ ਮੇਰੇ ਹੱਥ ਜਿਹਾ ਮਾੜਾ ਫੇਰਿਆ, ਉੱਥੋਂ ਉਹਨੂੰ ਵਾਲ ਜਿਹੜਾ ਹੈ ਸੀ ਨਾ, ਜਿਹਦੇ ਨੂੰ ਜ਼ੇਨ ਪੱਕਾ ਸੀ ਜਿਹਦੇ ਵਾਲ ਆ ਜਿਸ ਬੱਚੇ ਨੇ ਵਾਲ ਖਾ ਸਿੰਘ ਨੂੰ ਪੈ ਗਿਆ, ਉਹ ਜੀ ਉਹਨੇ ਵਾਲ ਕੱਢ ਕੇ ਬੰਦਿਆਂ ਨੂੰ ਕਹਿਣ ਲੱਗੇ ਵੀ ਆਹ ਮਰਜ਼ ਸੀ ਇਹਨੂੰ, ਹੋਰ ਇਹਨੂੰ ਕੋਈ ਮਰਜ਼ ਨਹੀਂ ਹੈ। ਉਂਝ ਠੀਕ ਆ ਪਰ ਇਹਨੂੰ ਆਰਾਮ ਆਉਂਦਿਆਂ ਨੂੰ ਟਾਈਮ ਲੱਗਣਾ, ਇਹਨੂੰ ਲੈ ਜਾਓ ਇਨਸ਼ਾਅੱਲਾ ਤਾਲਾ ਦਿਨ ਬਾਅਦ ਦਿਨ ਠੀਕ ਹੋ ਜਾਏਗਾ। ਹੁਣ ਰਹਿ ਗਿਆ ਦੂਏ ਸਿੰਘ ਨੂੰ ਵੀ ਵੱਢ ਲਿਓ, ਆਪਣੇ ਸਕੂਨ ਨਾਲ ਬਰਾਬਰ ਹੋ ਜਾਏਗੇ, ਸਾਫ਼ ਕੁ ਕਰਕੇ ਹੌਲੀ ਹੌਲੀ ਸੈਟਿੰਗ ਵੈਟਿੰਗ ਵਾਲੀ ਗੱਲ ਬਣ ਜਾਏਗੀ, ਥੋੜਾ ਬੱਚਾ ਠੀਕ ਹੋ ਜਾਏਗਾ। ਉਹ ਜੀ ਲੈ ਗਏ ਬੱਚਾ, ਅੱਜ ਕੀ ਕੱਲ ਕੁਛ, ਆਸਤਾ ਆਸਤਾ ਬੱਚਾ ਬਿਲਕੁਲ ਆਪਣੀ ਭਰਵੀਂ ਜਵਾਨੀ ਜਿਵੇਂ ਸੀ ਉਵੇਂ ਉਹਨਾਂ ਨੂੰ ਖੁਰਾਕ ਦਿੰਦੇ ਰਹੇ, ਆਸਤਾ ਆਸਤਾ ਜੀ ਖੁਰਾਕ ਚਾਹ। ਬੱਚਾ ਆਪਣੇ ਜਿਹੜੇ ਹਲ ਬਣਦਾ ਸੀ ਤਾਂ ਕੰਮ ਕਰਨ ਲੱਗ ਗਿਆ, ਅਗਰ ਉਹ ਰੇਹੜੀ 'ਚ ਭੱਜਦਾ ਸੀ ਤਾਂ ਕੰਮ ਕਰਨ ਲੱਗ ਗਿਆ। ਸਾਰੇ ਨੇ ਜੀ ਐ ਬਿਹਤਰੀਨ ਮਤਲਬ ਜਿਵੇਂ ਪਹਿਲਾਂ ਜਵਾਨੀ ਸੀ ਨਾ ਉਵੇਂ ਦਾ ਉਵੇਂ ਹੋ ਗਿਆ। ਉਹ ਫਿਰ ਆਏ, ਆ ਕੇ ਉਹਨੂੰ ਇਨਾਮ ਦੇਣ ਵਾਲੀ ਗੱਲ, ਉਹਨੇ ਕਿਹਾ ਮੈਂ ਕੁਛ ਨਹੀਂ ਲੈਂਦਾ, ਮੈਂ ਜਾਂਦਾ ਆਂਦਾ ਕਿਸੇ ਪਾਸੇ ਨਹੀਂ, ਕਿਉਂ ਕਿ ਮੈਂ ਚਲਾ ਜਾਵਾਂ, ਬੰਦਾ ਕੋ ਆ ਕੇ ਚਲਾ ਗਿਆ ਨਾ ਮੇਰੇ ਬੂਹੇ ਤੋਂ, ਮੈਨੂੰ ਉਹ ਮਾੜਾ ਲੱਗਦਾ। ਸਹੀ ਹੈ, ਇਸ ਕਰਕੇ ਮੈਂ ਘਰ ਹੀ ਰਹਿਣਾ। ਵੀ ਕੋਈ ਵੀ ਕਿਸੇ ਚੀਜ਼ ਦੀ ਮਰਜ਼ ਦਾ ਆਉਂਦਾ ਨਾ, ਮੈਂ ਉਹਨੂੰ ਕਹਿ ਦਿੰਦਾ ਵੀ ਗੱਲ ਇਹ ਵੀ ਜਾਂ ਇੱਥੇ ਲਿਆ ਜਾਂ ਇਸ ਦਾ ਇਲਾਜ ਇਲਾਜ। ਐਸੇ ਬੰਦੇ ਵੀ ਥੇ ਦੇਖ ਲਾ ਜ਼ਮਾਨੇ 'ਚ। ਹੁਣ ਤਾਂ ਸਰਕਾਰ ਮੇਰੇ ਤੇ ਟੀਕੇ ਲਾ, ਟੀਕੇ ਦੀ ਗੋਲੀਆਂ ਦੇ ਕੁਛ ਦੇ, ਕਦੇ ਕੁਛ ਦੇ, ਕੋਈ ਤਾਂ ਅਸਰ ਕਰੂਗਾ, ਕੁਛ ਤਾਂ ਕਰੂਗਾ। ਬਾਕੀ ਅੱਲਾਹ ਪਾਕ ਸ਼ੇਰ ਦੇ ਜੀ। ਤੇ ਇਹ ਜਿਹਾ ਮਸਲਾ ਕਿਸੇ ਨੂੰ ਵਿਚਾਰੇ ਪਰੇਸ਼ਾਨੀ ਨਾ ਬਣੇ, ਕੋਈ ਜ਼ਬਾਨ ਆਪਣਾ ਜਾਨਵਰ ਆ ਬੇਜ਼ੁਬਾਨ ਆ। ਠੀਕ ਹੈ ਜੀ, ਅੱਲਾ ਖੈਰ ਰੱਖਿਓ ਜੀ। ਹੁਣ ਨਹੀਂ ਲੈਣੀ ਤੂੰ ਪੱਕਾ ਹੀ ਬਣਾਤਾ। अस्सलाम वालेकुम जी, ਸਾਡੇ ਸੁਣਨ ਵਾਲਿਓ, ਦੇਖਣ ਵਾਲਿਓ, ਹੋਰ ਸੁਣਾਓ ਕੀ ਹਾਲ ਚਾਲ ਜੀ? ਸਭ ਖੈਰੀਅਤ? ਲਓ ਜੀ ਤੁਹਾਨੂੰ ਇੱਕ ਗੱਲ ਸੁਣਾਉਂਦੇ ਆ ਵੀ ਪਹਿਲੇ ਜੇ ਜ਼ਮਾਨੇ ਜਿਹੜੇ ਬਾਦਸ਼ਾਹ ਸੀ ਨਾ, ਉਹਨਾਂ ਕੋਲ ਟਾਈਮ ਬਹੁਤ ਸੀ, ਤੇ ਵਿਹਲੇ ਸੀ ਤੇ ਐਵੇਂ ਬੁਝਾਰਤਾਂ ਪਾਈ ਰੱਖਦੇ, ਐਵੇਂ ਹੋਰ ਕੋਈ ਕੰਮਕਾਰ ਤਾਂ ਥਾ ਹੀ ਨਹੀਂ। ਉਹ ਜਨਾਬ ਇੱਕ ਬਾਦਸ਼ਾਹ ਨੇ ਨਾ ਐਲਾਨ ਕਰਾਤਾ ਵੀ ਜਿਹੜਾ ਬੰਦਾ ਮੈਨੂੰ ਨਾ 8 ਦਿਨ ਦੀ ਕਹਾਣੀ ਸੁਣਾ ਦੇ, ਵੀ ਐਡੀ ਲੰਮੀ ਕਹਾਣੀ ਹੋਵੇ ਵੀ ਜਿਹਦੇ 'ਚ ਪੂਰਾ ਹਫ਼ਤਾ ਲੰਘੇ, ਉਹਨੂੰ ਜਨਾਬ ਅੱਧ ਰਾਜ ਤੇ ਇੱਕ ਰਿਸ਼ਤਾ ਵੀ ਦੇਵਾ। ਇਹ ਸ਼ਰਤ ਰੱਖ, ਤੇ ਜਿਹੜੇ ਕੋਲ ਨਾ ਜਨਾਬ ਨੇ ਲਿਖੀ ਜੀ ਤੇ ਉਹਦਾ ਸਿਰ ਕਲਮ ਕਰ ਦੇਣਾ।
ਜਿਹਦੇ ਕੋਲ ਨਾ ਜ਼ਿਆਦਾ ਦਿਨ ਟੱਪੇ ਉਹ ਜਨਾਬ ਕਈ ਆਏ ਜਨਾਬ ਸਜਾਦ ਮੀਆਂ ਸਿਆਣੇ ਸਿਆਣੇ ਕਹਾਣੀ ਸੁਣਾਇਆ ਕਰਨ, ਕੋਈ ਇਹ ਦਿਹਾੜੀ ਟੱਪਿਆ ਕਰੇ, ਕੋਈ ਘੰਟਾ ਲੰਘਿਆ ਕਰੇ, ਕਿਸੇ ਕੋਈ 2 ਘੰਟੇ। ਬਈ ਇਵੇਂ ਕਹਿੰਦੇ ਕਿ ਇੱਕ ਜਨਾਬ ਨਾ ਆਯਾਲੀ ਨੂੰ ਪਤਾ ਲੱਗਿਆ ਵੀ ਬਾਦਸ਼ਾਹ ਨੇ ਨਾ ਇਹ ਐਲਾਨ ਕਰਿਆ ਵੀ ਮੈਂ ਵੀ ਜਾ ਉੱਥੇ एंट्री पाने शायद अल्लाह करे को बुत लग ही जावे। इसी के साथ आज की मजदूरी यहीं खत्म करते हैं। अगर तुम्हें वीडियो पसंद आई तो लाइक मारो यार, मुझे नहीं पता, मुझे 2 मिलियन लाइक्स चाहिए, कैसे ना कैसे करके मुझे चाहिए। इतना झिला मैं कभी नहीं होऊंगा अपनी पूरी जिंदगी में जितना इस